BA ਸਮੈਸਟਰ ਫਸਟ ਛੋਟੇ ਪ੍ਰਸ਼ਨ ਉੱਤਰ ਚੱਲ ਰਹੇ ਸੀ ਆਪਣੇ। ਪਹਿਲਾ ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਧਰਮ ਖੰਡ ਬਾਰੇ ਕੀ ਲਿਖਦੇ ਹਨ? ਗੁਰੂ ਨਾਨਕ ਦੇਵ ਜੀ ਨੇ ਪਹਿਲੇ ਖੰਡ ਨੂੰ ਧਰਮ ਖੰਡ ਕਿਹਾ ਹੈ। ਇਸ ਦਾ ਅਰਥ ਹੈ ਸਹਾਰਾ ਦੇਣਾ ਜਾਂ ਕਾਇਮ ਰੱਖਣਾ। ਆਮ ਸ਼ਬਦਾਂ ਵਿੱਚ ਧਰਮ ਦੇ ਅਰਥ ਨੈਤਿਕਤਾ ਵਿੱਚ ਕੀਤੇ ਜਾਂਦੇ ਹਨ। ਸਿੱਖ ਧਰਮ ਵਿੱਚ ਜਿੱਥੇ ਇਸ ਦਾ ਸੰਬੰਧ ਨੈਤਿਕਤਾ ਨਾਲ ਕੀਤਾ ਜਾਂਦਾ ਹੈ, ਉੱਥੇ ਇਸ ਨੂੰ ਕੁਦਰਤ ਦਾ ਨਿਯਮ ਵੀ ਮੰਨਿਆ ਜਾਂਦਾ ਹੈ। ਜਪਜੀ ਵਿੱਚ ਜਿੱਥੇ ਧਰਮ ਖੰਡ ਦਾ ਜ਼ਿਕਰ ਆਇਆ ਹੈ, ਉਸ ਦਾ ਪਿਛੋਕੜ ਇਹੀ ਹੈ ਕਿ ਕੁਦਰਤ ਦੀਆਂ ਵੱਖ-ਵੱਖ ਸ਼ਕਤੀਆਂ ਇੱਕ ਨਿਯਮਿਤ ਰੂਪ ਵਿੱਚ ਕੰਮ ਕਰ ਰਹੀਆਂ ਹਨ, ਜਿਵੇਂ ਦਿਨ ਰਾਤ, ਰੁੱਤਾਂ, ਹਵਾ, ਪਾਣੀ, ਗਰਮੀ, ਆਕਾਸ਼ ਅਤੇ ਦੂਸਰੀਆਂ ਘਟਨਾਵਾਂ ਆਦਿ। ਜਿੱਥੇ ਕੁਦਰਤ ਦੇ ਬਦਲਣ ਦਾ ਜ਼ਿਕਰ ਕੀਤਾ ਗਿਆ ਹੈ, ਉੱਥੇ ਧਰਤੀ ਨੂੰ ਧਰਮਸ਼ਾਲਾ ਵੀ ਕਿਹਾ ਗਿਆ ਹੈ, ਜਿੱਥੇ ਰਹਿ ਕੇ ਮਨੁੱਖ ਆਪਣੇ ਫਰਜ਼ ਪੂਰੇ ਕਰਦਾ ਹੈ। ਗੁਰੂ ਸਾਹਿਬ ਅਨੁਸਾਰ ਇਸ ਧਰਤੀ 'ਤੇ ਹੋਰ ਜੀਵ-ਜੰਤੂ, ਪ੍ਰਾਣੀ, ਮਨੁੱਖ ਆਪਣੇ ਤੌਰ ਤਰੀਕੇ ਨਾਲ ਆਪਣਾ ਧਰਮ ਨਿਭਾ ਰਿਹਾ ਹੈ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਆਪਣੇ ਇਸ ਪੜਾਅ ਦੇ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ, ਉਸ 'ਤੇ ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਇਸ ਮਿਹਰ ਦਾ ਪਾਤਰ ਹੋ ਕੇ ਹੀ ਮਨੁੱਖ ਅਗਲੇ ਖੰਡਾਂ ਵੱਲ ਵਧਣ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਕਰਮ ਖੰਡ ਬਾਰੇ ਕੀ ਲਿਖਦੇ ਹਨ? ਚੌਥੀ ਅਵਸਥਾ ਕਰਮ ਖੰਡ ਦੀ ਹੈ। ਕਰਮ ਤੋਂ ਇੱਥੇ ਭਾਵ ਬਖਸ਼ੀਸ਼, ਕਿਰਪਾ ਤੇ ਪ੍ਰਸਾਦ ਤੋਂ ਹੈ। ਪਹਿਲੇ 3 ਖੰਡ ਸਾਧਨਾ ਮਾਰਗ ਦੀਆਂ ਭੂਮਿਕਾਵਾਂ ਹਨ। ਅੰਤਮ ਖੰਡ ਧਰਮ ਸੱਤਾ ਵੱਲ ਸੰਕੇਤ ਕਰਦਾ ਹੈ, ਜਿੱਥੇ ਪਹੁੰਚ ਕੇ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਕਰਮ ਖੰਡ ਪਹਿਲੇ 3 ਖੰਡਾਂ ਅਤੇ 5ਵੇਂ ਖੰਡ ਵਿੱਚ ਇੱਕ ਮਹੱਤਵਪੂਰਨ ਕੜੀ ਹੈ। ਗੁਰਪ੍ਰਸਾਦ ਦੀ ਵਿਆਖਿਆ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਤੋਂ ਹੀ ਮੁਕਤੀ ਹੁੰਦੀ ਹੈ। ਇਸ ਤੋਂ ਸਪਸ਼ਟ ਹੈ ਕਿ ਪ੍ਰਭੂ ਪ੍ਰਾਪਤੀ ਤੋਂ ਪਹਿਲਾਂ ਕਿਰਪਾ ਦੀ ਅਵਸਥਾ ਹੈ, ਜਿਸ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਅਨੁਕੂਲ ਬਣਾਉਣਾ ਪੈਂਦਾ ਹੈ। ਉਹ ਪਿਆਰ ਜਾਂ ਸੰਜੋਗ, ਸੁੱਖ ਦੀ ਪ੍ਰਾਪਤੀ, ਸ਼ਿੰਗਾਰ ਦਾ ਫਲ ਨਹੀਂ ਹੈ, ਨਾ ਹੀ ਆਪਣੇ ਆਪ ਨੂੰ ਉਸਦੇ ਅਨੁਕੂਲ ਬਣਾਉਣਾ ਹੈ, ਸਗੋਂ ਪਿਆਰ ਤਾਂ ਮਹਿਬੂਬ ਦੀ ਪ੍ਰਸੰਨਤਾ ਦਾ ਹੁੰਦਾ ਹੈ। ਇਸ ਕਥਾ ਨੂੰ ਹੋਰ ਸਪਸ਼ਟ ਕਰਨ ਲਈ ਕਿਹਾ ਜਾ ਸਕਦਾ ਹੈ ਕਿ ਇੱਕ ਨਿੱਕਾ ਜਿਹਾ ਬੱਚਾ ਹੱਥ ਪੈਰ ਮਾਰ ਕੇ ਡਿੱਗਦਾ ਡਿੱਗਦਾ ਆਪਣੀ ਮਾਂ ਕੋਲ ਪਹੁੰਚਦਾ ਹੈ। ਉਸਦੀ ਮਾਂ ਕੋਲ ਉਸਦਾ ਪਹੁੰਚਣਾ ਉਸਨੂੰ ਉਸਦੀ ਮਾਂ ਦੀ ਗੋਦ ਵਿੱਚ ਬੈਠਣ ਦਾ ਅਧਿਕਾਰੀ ਨਹੀਂ ਬਣਾਉਂਦਾ, ਜਦੋਂ ਤੱਕ ਕਿ ਮਾਤਾ ਪ੍ਰਸੰਨ ਹੋ ਕੇ ਆਪਣੀਆਂ ਬਾਹਾਂ ਨਹੀਂ ਪਸਾਰਦੀ। ਸੋ ਸਪਸ਼ਟ ਹੈ ਕਿ ਬਿਨਾਂ ਕਿਰਪਾ ਦੇ ਨਾ ਤਾਂ ਮਹਿਬੂਬ ਦਾ ਸੰਜੋਗ ਪ੍ਰਾਪਤ ਕਰ ਸਕਦੀ ਹੈ ਅਤੇ ਨਾ ਹੀ ਬਾਲਕ ਮਾਂ ਦੀ ਗੋਦ ਵਿੱਚ ਸੁੱਖ ਪ੍ਰਾਪਤ ਕਰ ਸਕਦਾ ਹੈ। ਇਹੀ ਸਥਿਤੀ ਸਾਧਕ ਜਾਂ ਜਗਿਆਸੂ ਦੀ ਹੈ। ਉਸਨੂੰ ਪਹਿਲੀਆਂ 3 ਭੂਮਿਕਾਵਾਂ ਧਰਮ, ਗਿਆਨ ਤੇ ਸੰਗਮ ਖੰਡ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹ 3 ਖੰਡ ਅਸਲ ਸਾਧਨਾ ਦੇ ਖੰਡ ਹਨ। ਇਹਨਾਂ ਵਿੱਚੋਂ ਗੁਜ਼ਰ ਕੇ ਮਨੁੱਖ ਪਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਲੈਂਦਾ ਹੈ, ਤਿਆਰ ਕਰਦਾ ਹੈ ਅਤੇ ਜਦੋਂ ਇਹ ਕਿਰਪਾ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਅਲੌਕਿਕ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਅਲੌਕਿਕ ਸ਼ਕਤੀ ਪ੍ਰਭੂ ਦੀ ਚੋਣ ਹੈ, ਪ੍ਰਭੂ ਦੀ ਦੇਣ ਹੈ। ਇਸ ਨਾਲ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ। ਨਾ ਉਹ ਮਨੁੱਖ ਮਰਦਾ ਹੈ ਤੇ ਨਾ ਹੀ ਸੰਸਾਰਕ ਪਹੁੰਚ ਵਿੱਚ ਅੱਗੇ ਜਾ ਸਕਦਾ ਹੈ। ਉਹ ਅਮਨ ਨਾਲ ਭਰਪੂਰ ਤੇ ਸੁਰੱਖਿਅਤ ਹੋ ਜਾਂਦਾ ਹੈ। ਉਹ ਹਮੇਸ਼ਾ ਆਨੰਦ ਵਿੱਚ ਮਗਨ ਰਹਿੰਦਾ ਹੈ, ਕਿਉਂਕਿ ਸੱਚਾ ਨਾਮ ਉਸਦੇ ਮਨ ਵਿੱਚ ਵਸਿਆ ਹੁੰਦਾ ਹੈ। 12 ਮਾਹ ਤੋਂ ਕੀ ਭਾਵ ਹੈ? ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ 12 ਮਾਹ ਲੋਕ ਕਾਵਿ ਦਾ ਇੱਕ ਰੂਪ ਹੈ। ਇਸ ਲੋਕ ਕਾਵਿ ਵਿੱਚ ਦੇਸ 12 ਮਹੀਨਿਆਂ ਦੇ ਬਦਲਦੇ ਕੁਦਰਤੀ ਵਾਤਾਵਰਣ ਨੂੰ ਪਿਛੋਕੜ ਵਿੱਚ ਰੱਖ ਕੇ ਪ੍ਰੀਤਮ ਤੋਂ ਵਿਛੜੀ ਬਿਰਹਣੀ ਦੀਆਂ ਪ੍ਰੇਮ ਪੀੜਾਂ ਨੂੰ ਪੇਸ਼ ਕੀਤਾ ਹੁੰਦਾ ਹੈ, ਜਿਨ੍ਹਾਂ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਤੇ ਹਿਰਦੇ ਵੇਦਕ ਹੁੰਦਾ ਹੈ। 11 ਮਹੀਨਿਆਂ ਵਿੱਚ ਵਿਯੋਗ ਦੀ ਦਸ਼ਾ ਦਾ ਚਿਤਰਣ ਹੁੰਦਾ ਹੈ ਅਤੇ 12ਵੇਂ ਮਹੀਨੇ ਵਿੱਚ ਭਾਰਤੀ ਸੁਖਾਂਤਕ ਪਰੰਪਰਾ ਅਨੁਸਾਰ ਸੰਜੋਗ ਦੀ ਸਥਿਤੀ ਪੈਦਾ ਕੀਤੀ ਹੁੰਦੀ ਹੈ, ਸੁੱਖ ਅਤੇ ਆਨੰਦ ਦੀ ਪ੍ਰਾਪਤੀ ਦੱਸੀ ਹੁੰਦੀ ਹੈ। ਡਾਕਟਰ ਰਤਨ ਸਿੰਘ ਜੋਗੀ ਅਨੁਸਾਰ ਕਾਵਿ ਪਰੰਪਰਾ ਵਿੱਚ ਵਿਯੋਗ ਸਥਿਤੀ ਉਤਪੰਨ ਕਰਨ ਲਈ ਪਹਿਲਾਂ ਨਾਇਕ ਨੂੰ ਪਰਦੇਸ ਭੇਜਿਆ ਜਾਂਦਾ ਹੈ ਤੇ ਨਾਇਕ ਨੂੰ ਬਿਰਹਾ ਅਗਨ ਵਿੱਚ ਦਰਦ ਕਰਕੇ ਉਸਦੀ ਮਾਨਸਿਕ ਦਸ਼ਾ ਨੂੰ ਪ੍ਰਕਿਰਤੀ ਦੇ ਪ੍ਰਕਰਣ ਵਿੱਚ ਪੇਸ਼ ਕੀਤਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 12 ਮਾਹ ਬਾਰੇ ਦੱਸੋ। ਗੁਰੂ ਨਾਨਕ ਦੇਵ ਜੀ ਦੀਆਂ ਲੀਹਾਂ ਉੱਤੇ ਚੱਲਦਿਆਂ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੇ ਵਿਚਾਰਾਂ ਨੂੰ ਪ੍ਰਗਟਾਵੇ ਲਈ
ਲੋਕ ਕਾਵਿ ਰੂਪ 12 ਮਾਹ ਨੂੰ ਅਪਣਾਇਆ। ਉਹਨਾਂ ਦਾ ਲਿਖਿਆ 12 ਮਾਹ ਰਾਗ ਮਾਝ ਵਿੱਚ ਸੰਕਲਿਤ ਹੈ। ਇਸ ਰਚਨਾ ਬਾਰੇ ਡਾਕਟਰ ਸਾਹਿਬ ਸਿੰਘ ਦਾ ਕਹਿਣਾ ਹੈ ਕਿ 12 ਮਾਹ ਮਾਝ ਵੀ ਤੁਖਾਰੀ ਦੇ 12 ਮਾਹ ਵਾਂਗ ਮਨੁੱਖੀ ਮਨ ਦੀ ਬਹਿਬਲਤਾ ਤੇ ਅਧਿਆਤਮਕਤਾ ਪਦ ਦੀ ਪ੍ਰਾਪਤੀ ਲਈ ਲੋਚਦੀ ਆਤਮਾ ਦਾ ਗਾਇਆ ਪ੍ਰੀਤ ਗੀਤ ਹੈ। 12 ਮਹੀਨਿਆਂ ਵਿੱਚ ਪ੍ਰਭੂ ਮਿਲਾਪ ਦੀ ਤਾਂਘ ਨੂੰ ਬਿਆਨ ਕਰਕੇ ਅੰਤ ਬਿਰਹੋ ਕੁੱਟੀ ਆਤਮਾ ਦਾ ਮਿਲਾਪ ਦਰਸਾਇਆ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਆ 12 ਮਾਹ ਮਾਝ ਮੂਲ ਵਿੱਚ ਉਪਦੇਸ਼ਾਤਮਕ ਰਚਨਾ ਹੈ, ਪਰ ਇਸ ਵਿਚਲੀ ਉਪਦੇਸ਼ਾਤਮਕਤਾ ਵਿੱਚ ਵੀ ਹਰੇਕ ਮਹੀਨੇ ਦਾ ਰੰਗ ਸਪਸ਼ਟ ਰੂਪ ਵਿੱਚ ਝਲਕਾਰੇ ਮਾਰਦਾ ਹੈ। ਜਿਵੇਂ ਸਾਵਨ ਸਰਸੀ ਕਾਮਨੀ ਜਾਂ ਭਾਦੋਏ ਪਰਮ ਭੁਲਾਣੀਆਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਕਾਵਿਕ ਵਡਿਆਈ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਅਧਿਆਤਮਕ ਚਿੱਤਰਾਂ ਨੂੰ ਵੀ ਬਹੁਤ ਸਰਲ ਤੇ ਸਿੱਧੇ ਸਾਦੇ ਪਰ ਰੋਮਾਂਟਿਕ ਰੰਗ ਵਿੱਚ ਰੰਗ ਕੇ ਮਹੀਨਿਆਂ ਦੇ ਚੌਖਟਿਆਂ ਵਿੱਚ ਅਜਿਹੇ ਕਲਾਤਮਕ ਢੰਗ ਨਾਲ ਜੜ ਕੇ ਪੇਸ਼ ਕੀਤਾ ਹੈ ਕਿ ਇਸ ਵਿੱਚੋਂ ਅਧਿਆਤਮਕ ਰੰਗ ਦੇ ਨਾਲ ਨਾਲ ਦੁਨਿਆਵੀ ਸੁਹਜ ਦਾ ਵੀ ਝਲਕਾਰੇ ਵੀ ਦਿਸ ਆਉਂਦੇ ਹਨ। ਗੁਰੂ ਅਰਜਨ ਦੇਵ ਜੀ ਨੇ 12 ਮਾਹ ਮਾਝ ਨੂੰ ਕਿੰਨੇ ਬੰਦਾਂ ਵਿੱਚ ਵੰਡਿਆ ਹੈ? ਪਹਿਲੇ 4 ਬੰਦਾਂ ਬਾਰੇ ਦੱਸੋ। ਗੁਰੂ ਅਰਜਨ ਦੇਵ ਜੀ ਦਾ 12 ਮਾਹ ਮਾਝ ਕੁੱਲ 14 ਬੰਦਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਬੰਦ ਵਿੱਚ ਜੀਵ ਦੇ ਉਸ ਪ੍ਰਭੂ ਨਾਲ ਆਪਣੇ ਪੂਰਬਲੇ ਕਰਮਾਂ ਸਦਕਾ ਵਿਛੜ ਜਾਣ ਦਾ ਅਹਿਸਾਸ ਹੋਣ ਤੇ ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣ ਦਾ ਜ਼ਿਕਰ ਕਰਨ ਦੇ ਨਾਲ ਨਾਲ ਨਾਮ ਸਿਮਰਨ ਦੀ ਮੰਗ ਦਾ ਪ੍ਰਗਟਾਵਾ ਕੀਤਾ ਗਿਆ ਹੈ, ਕਿਉਂਕਿ ਉਸ ਪ੍ਰਭੂ ਰੂਪੀ ਪਿਆਰੇ ਕੰਤ ਤੋਂ ਬਿਨਾਂ ਮਨੁੱਖ ਦਾ ਸਮੁੱਚਾ ਜੀਵਨ ਹੀ ਵਿਅਰਥ ਹੋ ਜਾਂਦਾ ਹੈ ਅਤੇ ਉਸਨੂੰ ਕਿਸੇ ਵੀ ਪ੍ਰਕਾਰ ਦੇ ਹਾਰ ਸ਼ਿੰਗਾਰ ਅਤੇ ਖਾਣ ਪੀਣ ਦੇ ਸਭ ਪਦਾਰਥ ਹੀ ਫਿੱਕੇ ਫਿੱਕੇ ਲੱਗਣ ਲੱਗਦੇ ਹਨ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਜੀਵ ਵੱਲੋਂ ਪ੍ਰਭੂ ਦੇ ਮਿਲਾਪ ਦੀ ਲੋਚਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਪਹਿਲੇ ਬੰਦ ਵਿੱਚ ਜੀਵ ਦੇ ਪ੍ਰਭੂ ਤੋਂ ਵਿਛੜਨ ਦੀ ਜਾਣਕਾਰੀ ਦੇਣ ਉਪਰੰਤ ਆਪਣੇ 12 ਮਾਹ ਦਾ ਆਰੰਭ ਚੇਤ ਦੇ ਮਹੀਨੇ ਤੋਂ ਆਰੰਭ ਕਰਦੇ ਹਨ, ਜਿਸ ਵਿੱਚ ਪ੍ਰਭੂ ਮਿਲਾਪ ਦੇ ਆਨੰਦ ਨੂੰ ਦਰਸਾਉਣ ਦੇ ਨਾਲ ਨਾਲ ਉਸਦੇ ਵਿਛੋੜੇ ਵਾਲੀ ਅਵਸਥਾ ਦਾ ਵੀ ਪ੍ਰਗਟਾਵਾ ਕੀਤਾ ਗਿਆ ਹੈ। ਵਿਸਾਖ ਦੇ ਮਹੀਨੇ ਵਿੱਚ ਪ੍ਰਭੂ ਦੇ ਵਿਸਰ ਜਾਣ ਅਤੇ ਮਾਇਆ ਦੇ ਲੱਗਣ ਦੀ ਚਰਚਾ ਕੀਤੀ ਹੈ। ਇਸ ਤਰ੍ਹਾਂ ਮਨੁੱਖ ਪੁੱਤਰਾਂ ਧੀਆਂ ਦੇ ਮੋਹ ਵਿੱਚ ਉਲਝਿਆ ਦੁਖੀ ਹੁੰਦਾ ਹੈ, ਪਰ ਜੇਕਰ ਉਹ ਪ੍ਰਭੂ ਚਰਨਾਂ ਨਾਲ ਜੁੜ ਜਾਏ ਤਾਂ ਉਸ ਲਈ ਵਿਸਾਖ ਦਾ ਮਹੀਨਾ ਸੁਹਾਵਣਾ ਬਣ ਜਾਂਦਾ ਹੈ। ਚੌਥੇ ਬੰਦ ਵਿੱਚ ਗੁਰੂ ਜੀ ਜੇਠ ਦੇ ਮਹੀਨੇ ਦੀ ਚਰਚਾ ਕਰਦਿਆਂ ਪ੍ਰਭੂ ਦੇ ਨਾਲ ਲੱਗਣ ਵਾਲੇ ਵਿਅਕਤੀ ਦੇ ਨਾਮ ਰੂਪੀ ਮੋਤੀਆਂ ਨੂੰ ਚੋਰ ਨਹੀਂ ਲੱਗ ਸਕਦਾ, ਪਰ ਇਹ ਜੀਵ ਦੇ ਆਪਣੇ ਵੱਸ ਵਿੱਚ ਨਹੀਂ, ਸਗੋਂ ਨਾਮ ਰੂਪੀ ਮੋਤੀਆਂ ਦੀ ਪ੍ਰਾਪਤੀ ਜੀਵ ਨੂੰ ਉਸਦੀ ਕਿਰਪਾ ਸਦਕਾ ਹੀ ਹੁੰਦੀ ਹੈ। ਕੀ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ? ਸ਼ਹੀਦਾਂ ਦੀ ਕੌਮ ਸਿੱਖ ਕੌਮ ਹੈ। ਸ਼ਹੀਦੀ ਇਸ ਨੂੰ ਵਿਰਾਸਤ ਵਿੱਚ ਮਿਲੀ ਹੈ। ਆਖਦੇ ਹਨ ਬਹਾਦਰ ਕੌਮਾਂ ਦੇ ਮਹਿਲ ਇੱਟਾਂ ਦੇ ਗਾਰੇ ਨਾਲ ਨਹੀਂ ਬਣਾਏ ਜਾਂਦੇ, ਬਲਕਿ ਸ਼ਹੀਦਾਂ ਦੀਆਂ ਹੱਡੀਆਂ, ਖੂਨ ਤੇ ਮਿੱਝ ਨਾਲ ਬਣੇ ਹੁੰਦੇ ਹਨ। ਸਿੱਖ ਕੌਮ ਵਿੱਚ ਚੜ੍ਹਾਈ ਕਲਾ ਵਿੱਚ ਰਹਿਣ ਦਾ ਸੰਕਲਪ ਇਹਨਾਂ ਦੀਆਂ ਸ਼ਹਾਦਤਾਂ ਦਾ ਫਲ ਹੈ। ਸ਼ਹਾਦਤ ਨੂੰ ਸਿੱਖ ਧਰਮ ਵਿੱਚ ਪਵਿੱਤਰ ਕੰਮ ਗਿਣਿਆ ਜਾਂਦਾ ਹੈ। ਗੁਰਬਾਣੀ ਵਿੱਚ ਜੀਵ ਬਾਰੇ ਕੀ ਪ੍ਰਗਟਾਇਆ ਗਿਆ ਹੈ? ਦੁਨੀਆ ਵਿੱਚ ਜੀਵ ਇੱਕ ਮਹੱਤਵਪੂਰਨ ਮਨੁੱਖ ਹੈ। ਜੀਵ ਕੀ ਹੈ? ਗੁਰਬਾਣੀ ਵਿੱਚ ਜੀਵ ਆਤਮਾ ਨੂੰ ਪਰਮਾਤਮਾ ਦਾ ਇੱਕ ਰੂਪ ਮੰਨਿਆ ਗਿਆ ਹੈ, ਕਿਉਂਕਿ ਬ੍ਰਹਮ ਨੇ ਆਪਣੀ ਜੋਤ ਅੰਦਰੋਂ ਉਸਨੂੰ ਉਤਪੰਨ ਕੀਤਾ ਹੈ। ਬ੍ਰਹਮ ਪੂਰਾ ਹੈ ਅਤੇ ਜੀਵ ਆਤਮਾ ਊਣਾ ਹੈ। ਜਦੋਂ ਜੀਵ ਆਤਮਾ ਪ੍ਰਭੂ ਵਿੱਚ ਲੀਨ ਹੋਵੇਗੀ ਤਾਂ ਹੀ ਬ੍ਰਹਮ ਬੇਅੰਤ ਹੀ ਰਹੇਗਾ। ਜੀਵ ਆਤਮਾ ਪ੍ਰਭੂ ਦੇ ਆਦੇਸ਼ ਅਨੁਸਾਰ ਹੀ ਦੁਨੀਆ ਵਿੱਚ ਆਉਂਦੀ ਹੈ। ਉਸਨੂੰ ਪੂਰਨਤਾ ਨਾਮ ਅਤੇ ਜਾਪ ਤੋਂ ਹਾਸਲ ਹੁੰਦੀ ਹੈ, ਜਿਸ ਕਰਕੇ ਉਹ ਨਿਰੰਕਾਰ ਦੇ ਆਦੇਸ਼ ਵਿੱਚ ਚੱਲਦਾ ਹੈ। ਗੁਰਬਾਣੀ ਵਿੱਚ ਗੁਰੂਆਂ ਦੀ ਮਹੱਤਤਾ ਬਾਰੇ ਕੀ ਕਿਹਾ ਗਿਆ ਹੈ? ਗੁਰਬਾਣੀ ਵਿੱਚ ਗੁਰੂ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਅਤੇ ਬਾਕੀ 9 ਗੁਰੂ ਸਾਹਿਬਾਨਾਂ ਲਈ ਕੀਤੀ ਗਈ ਹੈ। ਇਹ ਸ਼ਬਦ ਅਕਾਲ ਪੁਰਖ ਲਈ ਵੀ ਵਰਤਿਆ ਗਿਆ ਹੈ। ਜਦੋਂ ਅਕਾਲ ਪੁਰਖ ਸਤਿਗੁਰੂ ਵਿੱਚ ਨਿਵਾਸ ਕਰਦਾ ਹੈ ਤਾਂ ਉਸ ਦੇ ਚਾਨਣ ਵਿੱਚ ਹੀ ਗੁਰੂ ਸਿੱਖ ਦੀ ਅਗਵਾਈ ਕਰਦਾ ਹੈ। ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਦੁੱਖਾਂ ਦੀ ਜੜ ਪਰਮ ਮੁਕਤੀ ਹਾਸਲ ਹੁੰਦੀ ਹੈ।
ਸੁੱਖ ਸ਼ਾਂਤੀ ਹਾਸਲ ਕਰਨ ਲਈ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੂੰ ਕਾਬੂ ਵਿੱਚ ਕਰਨਾ ਪੈਂਦਾ ਹੈ। ਇਸ ਦੇ ਲਈ ਉਸ ਨੂੰ ਗੁਰੂ ਦੀ ਜ਼ਰੂਰਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਆਖਦੇ ਹਨ ਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਮਨੁੱਖ ਦੇਵਤਾ ਬਣ ਜਾਂਦਾ ਹੈ। ਗੁਰਬਾਣੀ ਵਿੱਚ ਮਾਇਆ ਦਾ ਕੀ ਰੋਲ ਹੈ? ਗੁਰਬਾਣੀ ਵਿੱਚ ਮਾਇਆ ਨੂੰ ਇੱਕ ਵਿਕਰਾਲ ਔਰਤ ਆਖਿਆ ਗਿਆ ਹੈ ਜਿਸ ਨੇ ਠੱਗੀ ਨਾਲ ਸਾਰੇ ਜਗਤ ਨੂੰ ਕਾਬੂ ਕੀਤਾ ਹੈ। ਮਾਇਆ ਧੋਖਾ ਤੇ ਕਪਟ ਹੈ। ਮਾਇਆ ਨੂੰ ਬੇਸ਼ੱਕ ਕਿਸੇ ਨੇ ਦੇਖਿਆ ਸੁਣਿਆ ਨਹੀਂ, ਫਿਰ ਵੀ ਇਹ ਸਾਰਿਆਂ ਨੂੰ ਮਿੱਠੀ ਲੱਗਦੀ ਹੈ। ਜੋ ਲੋਕ ਮਾਇਆ ਵਿੱਚ ਮਸਤ ਰਹਿੰਦੇ ਹਨ ਉਹ ਮੂਰਖ ਅਗਿਆਨੀ ਹੁੰਦੇ ਹਨ ਜੋ ਦਿਨ ਰਾਤ ਇਸੇ ਕਾਰਨ ਭਟਕਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਵਿਭਚਾਰਨ ਵੀ ਆਖਿਆ ਹੈ। ਗੁਰਮਤਿ ਵਿੱਚ ਮੁਕਤੀ ਬਾਰੇ ਮਿਲਦੇ ਵਿਚਾਰਾਂ ਦਾ ਸੰਖੇਪ ਵਰਣਨ ਕਰੋ। ਗੁਰਮਤਿ ਵਿੱਚ ਮੁਕਤੀ ਲਈ ਕਈ ਸ਼ਬਦਾਂ ਦਾ ਉਪਯੋਗ ਕੀਤਾ ਗਿਆ ਹੈ, ਜਿਵੇਂ ਮੋਖ, ਧਰਮ ਪਦ, ਅਮਰ ਪਦ, ਨਿਰਵਾਣ ਪਦ, ਨਿਰਭੈ ਪਦ, ਬੈਕੁੰਠ, ਗਤੀ ਅਤੇ ਮੁਕਤੀ ਪੰਦ ਆਦਿ। ਗੁਰਮਤਿ ਮੁਤਾਬਕ ਦੁਨਿਆਵੀ ਬੰਧਨਾਂ ਤੋਂ ਛੁਟਕਾਰਾ ਹੀ ਮੁਕਤੀ ਹੈ। ਇਹ ਛੁਟਕਾਰਾ ਗੁਰੂ ਦੇ ਮੇਲ ਨਾਲ ਹੀ ਹੋ ਸਕਦਾ ਹੈ। ਗੁਰਬਾਣੀ ਵਿੱਚ ਜੀਵਨ ਮੁਕਤ ਦੀ ਪਛਾਣ ਗੁਰਮੁਖ ਹੈ, ਜਿਸ ਨੂੰ ਅੰਦਰੂਨੀ ਤੌਰ 'ਤੇ ਆਤਮਿਕ ਇਕਸੁਰਤਾ ਦਾ ਮਹਿਸੂਸ ਚੁੱਕਿਆ ਹੈ। ਉਹ ਰੋਜ਼ਾਨਾ ਜੀਵਨ ਵਿੱਚ ਸੰਸਾਰਿਕ ਮੰਡਲ ਤੋਂ ਅਧਿਆਤਮਕ ਮੰਡਲ ਵਿੱਚ ਨਿਰਸੰਕੋਚ ਵਿਚਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ-ਕਿਹੜੇ ਸਦਾਚਾਰਕ ਵਿਚਾਰ ਮਿਲਦੇ ਹਨ? ਆਸ਼ਾ ਤ੍ਰਿਸ਼ਨਾ ਤੇ ਦਵੈਸ਼ ਤੋਂ ਦੂਰੀ, ਉੱਤਮ ਸੰਗਤ, ਤੀਸਰਾ ਹੈ ਵਿਸ਼ੇ ਵਿਕਾਰਾਂ ਦਾ ਤਿਆਗ, ਚੌਥਾ ਕੂੜ ਤੇ ਪਾਖੰਡ ਤੋਂ ਛੁਟਕਾਰਾ, ਪੰਜਵਾਂ ਵਿਭਚਾਰ ਦਾ ਤਿਆਗ ਅਤੇ ਸਦਾਚਾਰ ਅਪਣਾਉਣਾ, ਛੇਵਾਂ ਸੇਵਾ ਆਦਿ। ਕੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਵਿਸ਼ੇ ਅਨੁਕੂਲ ਹੈ? ਸਪਸ਼ਟ ਕਰੋ। ਇਸ ਮਹਾਨ ਗ੍ਰੰਥ ਦੀ ਭਾਸ਼ਾ ਦੀ ਇੱਕ ਖਾਸੀਅਤ ਇਹ ਹੈ ਕਿ ਇਸ ਦੀ ਭਾਸ਼ਾ ਵਿਸ਼ੇ ਅਨੁਕੂਲ ਹੈ, ਕਿਉਂਕਿ ਇਸ ਗ੍ਰੰਥ ਦਾ ਮੁੱਖ ਵਿਸ਼ਾ ਅਧਿਆਤਮਵਾਦ ਹੈ। ਇਸ ਲਈ ਇਸ ਵਿੱਚ ਅਧਿਆਤਮਵਾਦ ਸ਼ਬਦਾਵਲੀ ਵਰਤੀ ਗਈ ਹੈ। ਜਿੱਥੇ ਇੱਕ ਦੂਜੇ ਧਰਮ ਨਾਲ ਸੰਵਾਦ ਕੀਤਾ ਗਿਆ ਹੈ, ਜੋ ਉਹਨਾਂ ਬਾਰੇ ਕੁਝ ਆਖਿਆ ਗਿਆ ਹੈ, ਉੱਥੇ ਉਹਨਾਂ ਧਰਮਾਂ ਦੀ ਸ਼ਬਦਾਵਲੀ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ। ਸੰਖੇਪਤਾ ਅਤੇ ਸੰਜਮਤਾ ਗੁਰੂ ਗ੍ਰੰਥ ਸਾਹਿਬ ਦੀ ਇੱਕ ਭਾਸ਼ਾਈ ਵਿਸ਼ੇਸ਼ਤਾ ਹੈ। ਕਿਵੇਂ? ਸੰਖੇਪਤਾ ਅਤੇ ਸੰਜਮਤਾ ਕਿਸੇ ਰਚਨਾ ਦੇ ਉੱਤਮ ਗੁਣਾਂ ਵਿੱਚ ਇੱਕ ਮੁੱਖ ਗੁਣ ਗਿਣਿਆ ਜਾਂਦਾ ਹੈ, ਕਿਉਂਕਿ ਸਾਰੀ ਬਾਣੀ ਕਵਿਤਾ ਵਿੱਚ ਹੈ। ਇਸ ਵਿੱਚ ਵਿਚਾਰਾਂ ਨੂੰ ਜ਼ਿਆਦਾ ਸੂਤਰਕ ਸ਼ੈਲੀ ਵਿੱਚ ਦਰਸਾਇਆ ਗਿਆ ਹੈ, ਜਿਸ ਕਰਕੇ ਬਾਣੀ ਦੀ ਭਾਸ਼ਾ ਵਿੱਚ ਸੰਖੇਪਤਾ ਅਤੇ ਸੰਜਮਤਾ ਆ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਵਿੱਚ ਕਿਹੜੇ-ਕਿਹੜੇ ਕਾਵਿਕ ਚਿੰਨ੍ਹਾਂ ਦੀ ਵਰਤੋਂ ਹੈ? ਗੁਰੂ ਗ੍ਰੰਥ ਸਾਹਿਬ ਅੰਦਰਲੇ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ ਕਾਵਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ, ਜਿਵੇਂ ਧਰਤ, ਆਕਾਸ਼, ਬਾਰਿਕ, ਪਿਤਾ, ਸੁਹਾਗਨ, ਦੁਹਾਗਨ, ਸਿੰਬਲ ਰੁੱਖ, ਪਤੀ ਪਤਨੀ, ਕਾਰਜ, ਲੂਣਾ, ਖੋਵਟ, ਲੋਜ, ਕੂਪ, ਬਾਲੂ ਰੇਤ, ਕਲਮ ਦਵਾਤ, ਅੱਕ ਟਿੱਡਾ, ਕਸਤੂਰੀ, ਚੰਦਨ, ਪੱਥਰ, ਪਾਰਸ ਆਦਿ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਆਮ ਲੋਕਾਂ ਵਿੱਚ ਢੁਕਵੀਂ ਹੈ। ਇਸ ਗ੍ਰੰਥ ਦੀ ਭਾਸ਼ਾ ਇੱਕ ਗੁਣ ਹੈ ਕਿ ਹਰੇਕ ਇਸ ਗ੍ਰੰਥ ਦੀ ਭਾਸ਼ਾ ਦਾ ਇੱਕ ਗੁਣ ਹੈ ਕਿ ਹਰੇਕ ਵਰਗ ਦੇ ਵਿਅਕਤੀ ਲਈ ਉਚਿਤ ਹੈ। ਜਿੱਥੇ ਲੇਖਕ ਇਸ ਵਿੱਚ ਗਹਿਰਾਈਆਂ ਟੁੰਬੀਆਂ ਲਗਾਉਂਦਾ ਹੈ, ਉੱਥੇ ਸਧਾਰਨ ਵਿਅਕਤੀ ਵੀ ਇਸ ਅੰਦਰਲੀ ਵਡਮੁੱਲੇ ਵਿਚਾਰਾਂ ਨੂੰ ਸਮਝ ਲੈਂਦਾ ਹੈ। ਡਾਕਟਰ ਹਰਕੀਰਤ ਸਿੰਘ ਨੇ ਬਿਲਕੁਲ ਠੀਕ ਹੀ ਆਖਿਆ ਹੈ ਕਿ ਇਹ ਬਾਣੀ ਪੰਡਤਾਂ ਜਾਂ ਲੇਖਕਾਂ ਲਈ ਨਹੀਂ, ਆਮ ਮਨੁੱਖ ਲਈ ਰਚੀ ਗਈ ਹੈ। ਇਸ ਲਈ ਗੁੜ ਅਧਿਆਤਮਕ ਵਿਸ਼ੇ ਨਾਲ ਸੰਬੰਧਿਤ ਹੁੰਦੀ ਹੋਈ ਵੀ ਬਾਣੀ ਦੀ ਭਾਸ਼ਾ ਜਨ ਸਧਾਰਨ ਤੋਂ ਬਾਹਰ ਨਹੀਂ। ਮਨੁੱਖੀ ਅਧਿਕਾਰ ਤੋਂ ਕੀ ਭਾਵ ਹੈ? ਮਨੁੱਖੀ ਅਧਿਕਾਰ ਤੋਂ ਅਰਥ ਹੈ ਉਹ ਹੱਕ ਹੈ ਜੋ ਕਿਸੇ ਇੱਕ ਜਾਤੀ, ਇਲਾਕੇ, ਧਰਮ ਆਦਿ ਦੇ ਵਿਅਕਤੀ ਤੱਕ ਸੀਮਿਤ ਨਾ ਰੱਖ ਕੇ ਸੰਪੂਰਨ ਮਨੁੱਖ ਮਾਤਰ ਜਾਂ ਪੂਰੀ ਮਨੁੱਖੀ ਜਾਤੀ ਨੂੰ ਪ੍ਰਦਾਨ ਕੀਤੇ ਜਾਣ। ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਮਨੁੱਖੀ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰੋ। ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਸਮਾਨਤਾ ਦੀ ਭਾਵਨਾ ਨੂੰ ਬਣਾਈ ਰੱਖਿਆ ਗਿਆ ਹੈ।
ਜਿੱਥੇ ਇਸ ਮਹਾਨ ਗ੍ਰੰਥ ਵਿੱਚ ਗੁਰੂ ਸਾਹਿਬਾਨ ਤੋਂ ਬਿਨਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਬਾਣੀ ਦਰਜ ਹੈ। ਗੁਰੂ ਅਰਜਨ ਦੇਵ ਜੀ ਨੇ ਬਾਣੀ ਸੰਕਲਿਤ ਕਰਨ ਲੱਗਿਆਂ ਕਿਸੇ ਤਰ੍ਹਾਂ ਦਾ ਭਿੰਨ ਭੇਦ ਨਹੀਂ ਰੱਖਿਆ ਅਤੇ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਨੂੰ ਗੁਰੂ ਸਾਹਿਬਾਨ ਨੇ ਸਮਾਨ ਦਰਜਾ ਦਿੱਤਾ ਹੈ। ਇਸ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਉੱਪਰ ਸਮਾਨਤਾ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਸਮਾਨਤਾ ਰੰਗ, ਨਸਲ, ਜਨਮ, ਜਾਤ-ਪਾਤ, ਭਾਸ਼ਾ, ਦੇਸ਼ ਦੀ ਸੀਮਾ ਤੋਂ ਸੁਤੰਤਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਨੇਕ ਕਮਾਈ ਕਰਨ ਦੇ ਅਧਿਕਾਰਾਂ ਦਾ ਵਰਣਨ ਕਰੋ। ਗੁਰਬਾਣੀ ਵਿੱਚ ਘਾਲੀ ਖਾਏ ਕਛੂ ਹੱਥੋਂ ਦੇਈ ਮੁਤਾਬਕ ਮਨੁੱਖ ਨੂੰ ਮਿਹਨਤ ਦੀ ਅਤੇ ਲੋਕ ਕਮਾਈ ਕਰਨ ਦਾ ਹੱਕ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਮਲਿਕ ਭਾਗੋ ਅਤੇ ਭਾਈ ਲਾਲੋ ਵਾਲੀ ਘਟਨਾ ਵੀ ਇਸ ਵੱਲ ਸੰਕੇਤ ਕਰਦੀ ਹੈ। ਇਸ ਸਾਖੀ ਮੁਤਾਬਕ ਵੀ ਗੁਰੂ ਜੀ ਮਿਹਨਤ ਦੀ ਕਮਾਈ ਕਰਨ ਵਾਲੇ ਭਾਈ ਲਾਲੋ ਨੂੰ ਆਦਰ ਕਰਦੇ ਹਨ। ਗੁਰੂ ਜੀ ਦੀ ਨਜ਼ਰ ਵਿੱਚ ਪਰਾਇਆ ਹੱਕ ਖਾਣ ਵਾਲਾ ਹਿੰਦੂ ਇੱਕ ਤਰ੍ਹਾਂ ਨਾਲ ਗਊ ਖਾਂਦਾ ਹੈ ਤੇ ਮੁਸਲਮਾਨ ਸੂਰ ਖਾਂਦਾ ਹੈ। ਗੁਰੂ ਜੀ ਦੁਆਰਾ ਦਿੱਤਾ ਇਹ ਸੰਕਲਪ ਸਮਾਜ ਵਿੱਚ ਲੁੱਟ ਖਸੁੱਟ ਦੇ ਹੱਕ ਨੂੰ ਨਕਾਰਦਾ ਹੈ ਅਤੇ ਮਿਹਨਤ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਪੁਰਖ ਦੀ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰੋ। ਗੁਰੂ ਸਾਹਿਬਾਨ ਦੇ ਸਮਕਾਲੀ ਸਮਾਜ ਵਿੱਚ ਔਰਤ ਦੀ ਹਾਲਤ ਪੁਰਖ ਦੇ ਸਾਹਮਣੇ ਬਹੁਤ ਮਾੜੀ ਸੀ। ਉਸਨੇ ਪਸ਼ੂ ਅਤੇ ਗੰਵਾਰ ਵਰਗੀ ਤੇ ਪੈਰ ਦੀ ਜੁੱਤੀ ਬਰਾਬਰ ਮੰਨਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਉਸਨੂੰ ਪੁਰਖ ਦੇ ਬਰਾਬਰ ਸਮਾਨਤਾ ਹੀ ਨਹੀਂ ਦਿੱਤੀ, ਸਗੋਂ ਅਵਤਾਰਾਂ ਅਤੇ ਰਾਜਿਆਂ ਦੀ ਜਨਨੀ ਹੋਣ ਕਾਰਨ ਸਨਮਾਨਿਆ ਵੀ ਹੈ। ਇੱਥੇ ਹੀ ਬਸ ਨਹੀਂ, ਗੁਰੂ ਸਾਹਿਬ ਨੇ ਆਪ ਕਈ ਥਾਵੇਂ ਔਰਤ ਰੂਪ ਵਿੱਚ ਅਤੇ ਪਰਮਾਤਮਾ ਨੂੰ ਪਤੀ ਰੂਪ ਵਿੱਚ ਸਮਝ ਕੇ ਬਾਣੀ ਉਚਾਰੀ ਹੈ। ਜਪਜੀ ਅਨੁਸਾਰ ਹੁਕਮ ਦੇ ਸੰਕਲਪ ਨੂੰ ਸਪਸ਼ਟ ਕਰੋ। ਜਪਜੀ ਦੀ ਦੂਜੀ ਪੌੜੀ ਵਿੱਚ ਆਦੇਸ਼ ਦਾ ਵਿਚਾਰ ਆਇਆ ਹੈ ਤੇ ਇੱਥੇ ਆਦੇਸ਼ ਦਾ ਸੰਕਲਪੀ ਰੂਪ ਈਸ਼ਵਰ ਦੀ ਇੱਛਾ ਜਾਂ ਭਾਵਨਾ ਦਾ ਜੀਵਨ ਹੈ। ਸੰਪੂਰਨ ਰਚਨਾ ਹੁਕਮ ਤਥਾ ਦੇਵੀ ਇੱਛਾ 'ਤੇ ਆਧਾਰਿਤ ਹੈ। ਇਹ ਆਦੇਸ਼ ਹੀ ਕੁੱਲ ਜੀਵਨ ਦਾ ਨਿਯਮ ਹੈ। ਇਸ ਤਰ੍ਹਾਂ ਹੁਕਮ ਦੈਵੀ ਕਿਰਿਆ ਦਾ ਬੁਨਿਆਦੀ ਨਿਯਮ ਹੈ ਤੇ ਕੁੱਲ ਕਾਰਜਸ਼ੀਲਤਾ ਦਾ ਨਿਯਮ ਵੀ ਹੈ। ਜਪਜੀ ਸਾਹਿਬ ਦੀਆਂ ਕਾਵਕ ਖੂਬੀਆਂ ਵਿੱਚੋਂ ਕਿਸੇ ਇੱਕ ਖੂਬੀ ਦਾ ਸੰਖੇਪ ਵਰਣਨ ਕਰੋ। ਜਪਜੀ ਸਾਹਿਬ ਦੀਆਂ ਕਈ ਕਾਵਿਕ ਖੂਬੀਆਂ ਹਨ, ਪਰ ਸਭ ਤੋਂ ਮਹੱਤਵਪੂਰਨ ਕਾਵਿਕ ਖੂਬੀ ਇਸਦਾ ਪ੍ਰਬੰਧ ਕਾਵਿ ਹੋਣਾ ਹੈ। ਕਿਵੇਂ ਸੱਚਿਆਰਾ ਹੋਈਏ ਦਾ ਵਿਸ਼ਾ ਲੈ ਕੇ ਪੌੜੀਵਾਰ ਇਸਨੂੰ ਸਿਲਸਿਲੇਵਾਰ ਨਿਭਾਇਆ ਗਿਆ ਹੈ। ਇਹ ਰਚਨਾ ਅਧਿਆਤਮਕ ਵਿਕਾਸ ਨੂੰ ਉਜਾਗਰ ਕਰਦੀ ਹੈ। ਜਪਜੀ ਸਾਹਿਬ ਵਿੱਚ ਆਈ ਤੁਕ ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੁੜੇ ਟੁੱਟੇ ਪਾਲ ਤੋਂ ਕੀ ਭਾਵ ਹੈ ਜਾਂ ਵਿਆਖਿਆ ਕਰੋ। ਇਹ ਤੁਕ ਜਪਜੀ ਸਾਹਿਬ ਦੀ ਕੇਂਦਰੀ ਵਿਚਾਰ ਵਾਲੀ ਤੁਕ ਹੈ ਅਤੇ ਇਸ ਪ੍ਰਸ਼ਨ ਉੱਪਰ ਹੀ ਸਾਰੀ ਰਚਨਾ ਦੀ ਉਸਾਰੀ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਪ੍ਰਸ਼ਨ ਪੈਦਾ ਕਰਦੇ ਹਨ ਕਿ ਮਨੁੱਖੀ ਜੀਵਨ ਦਾ ਮਕਸਦ ਪਰਮ ਸੱਤੀ ਨਾਲ ਮਿਲਾਪ ਲਈ ਸੱਚਿਆਰ ਪੁਰਖ ਬਣਨ ਦਾ ਹੈ। ਇਹ ਸੱਚਿਆਰ ਕਿਵੇਂ ਬਣਨਾ ਹੈ ਅਤੇ ਝੂਠ ਦੀ ਕੰਧ ਕਿਵੇਂ ਤੋੜਨੀ ਹੈ। ਸਾਰਾ ਪਸਾਰਾ ਝੂਠਾਂ ਦਾ ਹੈ। ਉਸ ਝੂਠੇ ਨੂੰ ਖਤਮ ਕਰਕੇ ਸੱਚ ਕਿਵੇਂ ਪੈਦਾ ਕਰਦਾ ਹੈ। ਜਪਜੀ ਸਾਹਿਬ ਦੇ ਸ਼ੁਰੂ ਵਿੱਚ ਆਏ ਮੂਲ ਮੰਤਰ ਤੋਂ ਕੀ ਭਾਵ ਹੈ। ਇਸ ਮੂਲ ਮੰਤਰ ਦੇ ਅਰਥ ਇਹ ਹਨ ਕਿ ਪਰਮਾਤਮਾ ਇੱਕ ਹੈ, ਉਸਦਾ ਨਾਮ ਸਤ ਹੈ, ਉਹ ਸਾਰੀ ਰਚਨਾ ਦਾ ਸਿਰਜਣਹਾਰ ਹੈ, ਉਸਨੂੰ ਕਿਸੇ ਦਾ ਭੈ ਜਾਂ ਡਰ ਨਹੀਂ ਹੈ ਤੇ ਨਾ ਹੀ ਉਸਦਾ ਕਿਸੇ ਨਾਲ ਵੈਰ ਵਿਰੋਧ ਹੈ। ਉਹ ਕਾਲ ਰਹਿਤ ਮੂਰਤ ਹੈ ਜੋ ਕਿਸੇ ਜੂਨ ਵਿੱਚ ਨਹੀਂ ਆਉਂਦਾ। ਕਿਵੇਂ ਸੱਚਿਆਰਾ ਹੋਈਏ। ਜਪਜੀ ਸਾਹਿਬ ਦੀ ਮੂਲ ਸਮੱਸਿਆ ਹੈ ਕਿਵੇਂ ਸੱਚਿਆਰਾ ਹੋਈਏ। ਜਪਜੀ ਦੀ ਮੂਲ ਸਮੱਸਿਆ ਇਸੇ ਕਰਕੇ ਹੈ ਕਿਉਂਕਿ ਇਹ ਸਾਰੀ ਰਚਨਾ ਇਸਦੇ ਆਲੇ ਦੁਆਲੇ ਕੇਂਦਰਿਤ ਹੈ। ਗੁਰੂ ਜੀ ਦਾ ਮਨੋਰਥ ਉਸ ਸਮੇਂ ਦੀ ਦੁੱਭਰ ਹਾਲਤ ਵਿੱਚ ਮਨੁੱਖ ਨੂੰ ਕੱਢਣਾ ਸੀ। ਹਰ ਅਧਿਆਤਮਵਾਦੀ ਦਾ ਆਖਰੀ ਆਦਰਸ਼ ਅਕਾਲ ਪੁਰਖ ਨਾਲ ਇਕਸੁਰ ਹੋਣਾ ਹੈ। ਗੁਰੂ ਜੀ ਮਨੁੱਖ ਨੂੰ ਤਰਾਸਮਈ ਸਥਿਤੀ ਵਿੱਚੋਂ ਕੱਢ ਕੇ ਠੀਕ ਜੀਵਨ ਜਾਂਚ ਦੇ ਰਸਤੇ ਤੋਰਨਾ ਹੈ ਤੇ ਇਹ ਜਪਜੀ ਦੀ ਮੁੱਖ ਸਮੱਸਿਆ ਹੈ। ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਤੇ ਕਿੰਨੇ ਸ਼ਲੋਕ ਹਨ।
ਜਪਜੀ ਸਾਹਿਬ ਵਿੱਚ ਕੁੱਲ 38 ਪੌੜੀਆਂ ਹਨ ਤੇ 2 ਸ਼ਲੋਕ ਹਨ। ਸ਼ਲੋਕ ਆਦਿ ਦੇ ਅਖੀਰ ਵਿੱਚ ਤੇ ਵਿਚਕਾਰ ਪੌੜੀਆਂ ਹਨ। ਜਪਜੀ ਸਾਹਿਬ ਦੇ ਸੰਗਠਨ ਦੀਆਂ 2 ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਜਪਜੀ ਸਾਹਿਬ ਦੇ ਰਚਨਾ ਸੰਗਠਨ ਦੀਆਂ 2 ਵਿਸ਼ੇਸ਼ਤਾਵਾਂ ਹਨ। ਪਹਿਲੀ, ਇਸ ਵਿੱਚ ਜ਼ਿਆਦਾ ਗੰਭੀਰ ਵਿਸ਼ੇ ਤੇ ਸਮੱਸਿਆ ਨੂੰ ਸੰਜੀਦਗੀ ਨਾਲ ਸਿਲਸਿਲੇਵਾਰ ਬਿਆਨ ਕੀਤਾ ਹੈ। ਦੂਸਰੀ, ਸਾਰਾ ਕਾਵਿ ਸੰਗਠਨ ਪ੍ਰਬੰਧ ਰੂਪ ਵਿੱਚ ਹੈ, ਸੂਤਰ ਰੂਪ ਵਿੱਚ ਗੱਲ ਕੀਤੀ ਹੈ। ਜਪਜੀ ਸਾਹਿਬ ਅਧੀਨ ਏਕ ਓਂਕਾਰ ਤੋਂ ਕੀ ਭਾਵ ਹੈ? ਏਕ ਓਂਕਾਰ ਜਪਜੀ ਸਾਹਿਬ ਦੇ ਮੂਲ ਮੰਤਰ ਦਾ ਪਹਿਲਾ ਸ਼ਬਦ ਹੈ, ਜਿਸ ਵਿੱਚ ਬਹਿਸ਼ਰਵਾਦ ਦੀ ਜਗ੍ਹਾ ਇੱਕ ਈਸ਼ਵਰ ਨੂੰ ਵਿਦਮਾਨ ਕੀਤਾ ਹੈ। ਓ ਦਾ ਅੱਖਰ ਓਂਕਾਰ ਦਾ ਸੰਬੋਧਨ ਹੈ, ਜੋ ਸ੍ਰਿਸ਼ਟੀ ਦੀ ਰਚਨਾ ਕਰ ਸ਼ਕਤੀ ਹੈ, ਤੇ ਇਹ ਓਂਕਾਰ ਇੱਕ ਹੈ। ਅਰਥ, ਦੁਨੀਆ ਦੀ ਰਚਨਾ ਸ਼ਕਤੀ ਇੱਕ ਹੈ, ਅਨੇਕ ਨਹੀਂ। ਜਪਜੀ ਸਾਹਿਬ ਵਿੱਚ ਦਰਜ ਭਾਸ਼ਾ ਸ਼ੈਲੀ ਬਾਰੇ ਦੱਸੋ। ਭਾਸ਼ਾ ਬੌਧਿਕ ਹੈ। ਸ਼ੈਲੀ ਸੰਕੋਚਮਈ ਤੇ ਸੂਰਤਧਾਰੀ ਹੈ। ਸ਼ੈਲੀ ਵਿੱਚ ਤਰਕ ਅਤੇ ਪ੍ਰਸ਼ਨੋਤਰੀ ਰੂਪ ਵੀ ਹੈ। ਨਿੱਜੀ ਅਨੁਭਵ ਰਾਹੀਂ ਮੌਲਿਕ ਗੱਲ ਕੀਤੀ ਗਈ ਹੈ। ਜਪਜੀ ਸਾਹਿਬ ਵਿੱਚ ਬਾਣੀ ਵਿੱਚ ਸੁਣੀਏ ਤੇ ਮੰਨੇ ਦੀਆਂ ਪੌੜੀਆਂ ਦੀ ਵਿਸ਼ੇਸ਼ ਮਹੱਤਤਾ ਕੀ ਹੈ? ਇਹ 4-4 ਜੁੱਟ ਦੀਆਂ ਪੌੜੀਆਂ ਹਨ। ਪਹਿਲਾਂ ਸੁਣੀਏ ਦੀਆਂ ਪੌੜੀਆਂ, ਜਿਨ੍ਹਾਂ ਵਿੱਚ ਆਖਿਆ ਗਿਆ ਹੈ ਕਿ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਮਨੁੱਖ ਜਾਂ ਜੀਵ ਸਿੱਧ, ਪੀਰ, ਸੁਰ, ਨਾਥ ਆਦਿ ਉਪਾਧੀਆਂ ਪਾ ਸਕਦਾ ਹੈ। ਮੰਨੈ ਭਾਵ ਸੁਣੀ ਗੱਲ ਨੂੰ ਅਮਲ ਕਰਨ ਵਿੱਚ ਧਾਰਨ ਕਰਨ ਦੀ ਵਡਿਆਈ ਇਸ ਤੋਂ ਵੀ ਉੱਚੀ ਹੈ। ਇਸੇ ਕਰਕੇ ਕਿਹਾ, ਮੰਨੈ ਦੀ ਗਤੀ ਕਹੇ ਨਾ ਜਾਏ। ਇਸ ਨਾਲ ਆਤਮਿਕ ਵਿਕਾਸ ਹੋਰ ਉੱਚਾ ਹੋ ਜਾਂਦਾ ਹੈ। ਜਪਜੀ ਸਾਹਿਬ ਨੂੰ ਪ੍ਰਬੰਧ ਕਾਵਿ ਦੀ ਕੋਟੀ ਵਿੱਚ ਕਿਉਂ ਰੱਖਿਆ ਗਿਆ ਹੈ? ਜਪਜੀ ਨੂੰ ਪ੍ਰਬੰਧ ਕਾਵਿ ਇਸ ਲਈ ਆਖਿਆ ਗਿਆ ਕਿਉਂਕਿ ਇਹ ਰਚਨਾ ਇੱਕ ਗੰਭੀਰ ਮਸਲੇ ਗੰਭੀਰ ਰੂਪ ਵਿੱਚ ਵਿਚਾਰ ਕਰਦੀ ਹੈ। ਇਸ ਖਾਸ ਮੰਤਵ ਕਿਵੇਂ ਵਿੱਚ ਸਚਿਆਰਾ ਹੋਈਏ ਨੂੰ ਲੈ ਕੇ ਅੱਗੇ ਵਧਦੀ ਹੈ ਤੇ ਹੱਲ ਸੁਲਝਾਉਂਦੀ ਹੈ। ਇਸ ਆਤਮਿਕ ਵਿਕਾਸ ਨੂੰ ਖਾਸ ਪ੍ਰਕਾਰ ਦੀ ਯੋਜਨਾ ਦੇ ਨਾਲ ਉਸਾਰਿਆ ਗਿਆ ਹੈ। ਸਿਲਸਿਲੇਵਾਰ ਬਿਆਨ ਹੈ। ਗੰਭੀਰ ਵਿਸ਼ੇ ਉੱਪਰ ਵੀ ਗੰਭੀਰ ਚਰਚਾ ਹੈ। ਜਪਜੀ ਸਾਹਿਬ ਵਿੱਚ ਨਾਥ ਜੋਗੀਆਂ ਨਾਲ ਸੰਬੰਧਿਤ ਭਾਵ ਦੱਸੋ। ਜਪਜੀ ਵਿੱਚ 28ਵੀਂ ਪੌੜੀ ਵਿੱਚ ਜੋਗੀਆਂ ਨੂੰ ਸੰਬੋਧਨ ਕੀਤਾ ਹੋਇਆ ਹੈ, ਜਿਸ ਵਿੱਚ ਆਖਿਆ ਗਿਆ ਹੈ ਕਿ ਜੋ ਜੋਗੀ ਕੰਨਾਂ ਦੀਆਂ ਮੁੰਦਰਾਂ ਸੰਤੋਖ ਧਾਰਨ ਕਰਨ ਲਈ ਆਪਣੀਆਂ ਇੱਛਾਵਾਂ ਨੂੰ ਛੇਦਣਾ ਪੈਂਦਾ ਹੈ। ਉਦਮ ਜਾਂ ਮਿਹਨਤ ਤੇਰੀ ਪਤਰੂਪਤਾ ਭਾਵ ਖੱਪਰ ਜਾਂ ਚਿੱਪੀ ਦੇ ਝੋਲੀ ਹੋਵੇ। ਅਰਥ, ਮੰਗਣ ਦੀ ਥਾਂ ਮਿਹਨਤ ਕਰ। ਵਾਹਿਗੁਰੂ ਵਿੱਚ ਧਿਆਨ ਲਾਉਣ ਤੇਰੀ ਵਿਭੂਤੀ ਹੋਵੇ। ਤੇਰੀ ਰਹੂ ਰੀਤ ਇਹ ਹੋਵੇ ਕਿ ਸਰੀਰ ਨੂੰ ਕੁਆਰੀਆਂ ਦੀ ਤਰ੍ਹਾਂ ਪਵਿੱਤਰ ਰੱਖਣਾ ਹੈ। ਡੰਡਾ ਨਿਸ਼ਚੇ ਦਾ ਹੋਵੇ। ਸਾਰਿਆਂ ਨੂੰ ਆਪਣੇ ਨਾਲ ਦਾ ਸਮਝਣਾ। ਇਹ ਤੇਰੀ ਆਈ ਪੰਥ ਹੋਵੇ। ਜੇਕਰ ਮਨ ਨੂੰ ਜਿੱਤ ਲਵੇਂ ਤਾਂ ਸਮਝਣਾ ਸਾਰੀ ਦੁਨੀਆ ਨੂੰ ਜਿੱਤ ਲਿਆ। ਜਪਜੀ ਅੰਦਰਲੇ 5 ਖੰਡਾਂ ਦੇ ਨਾਂ ਲਿਖ ਕੇ ਉਹਨਾਂ ਦੇ ਅਰਥ ਸਪਸ਼ਟ ਕਰੋ। ਜਪਜੀ ਅੰਦਰਲੇ 5 ਖੰਡ ਅਤੇ ਇਹਨਾਂ ਦਾ ਅਰਥ ਇਸ ਪ੍ਰਕਾਰ ਹਨ। ਪਹਿਲਾ ਖੰਡ ਹੈ ਧਰਮ ਖੰਡ। ਧਰਮ ਦਾ ਅਰਥ ਹੈ ਨਿਯਮ, ਅਰਕ, ਨੇਮ ਪੈਦਾ ਕਰਨੇ। ਦੂਸਰਾ ਹੈ ਗਿਆਨ ਖੰਡ। ਗਿਆਨ ਦਾ ਅਰਥ ਹੈ ਸੇਜੀ, ਮੰਜ਼ਲ, ਕਸ਼ਮੂਦ ਦੀ ਸੋਝੀ। ਤੀਸਰਾ ਹੈ ਕਰਮ ਖੰਡ। ਮੰਜ਼ਿਲ ਤੇ ਪਹੁੰਚਣ ਲਈ ਸ਼ੁਭ ਕੰਮ ਕਮਾਉਣੇ ਜਾਂ ਧਰਮ ਤੇ